हाय एंड वंस अगेन वेलकम टू माय चैनल ये ਜ਼ਿੰਦਗੀ 12th ਦਸੰਬਰ 2020 ਨੂੰ ਜਿਹੜਾ ਆਇਲਸ ਦਾ ਐਗਜ਼ਾਮ ਕੰਡਕਟ ਹੋਇਆ ਹੈ ਉਹਦਾ ਕੰਪਲੀਟ ਰਿਵਿਊ ਮੈਂ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਕਰਨ ਜਾ ਰਹੀ ਹਾਂ ਵਿਦ ਸੈਂਪਲ ਆਨਸਰ। ਤੁਸੀਂ ਇਸ ਕਰਕੇ ਇਸ ਵੀਡੀਓ ਨੂੰ ਕੰਪਲੀਟ ਦੇਖੋ ਬਿਕਾਜ਼ ਅੱਜਕੱਲ ਜਿਹੜੇ ਰਾਈਟਿੰਗ ਟੌਪਿਕ ਰਿਪੀਟ ਹੋ ਰਹੇ ਨੇ। ਜਿਵੇਂ ਕਿ ਪ੍ਰੈਡਿਕਸ਼ਨ ਕੀਤੀ ਗਈ ਸੀ टास्क 1 ਚ ਪਾਈ ਚਾਰਟ ਹੀ ਆਇਆ ਹੈ तो ਪ੍ਰੈਡਿਕਸ਼ਨ ਬਿਲਕੁਲ ਸਹੀ ਪ੍ਰੂਵ ਹੋਈ ਹੈ टास्क 1 ਦੀ ਤੇ टास्क 2 ਦੀ। ਇਸ ਕਰਕੇ ਜਿਹੜੇ ਸਟੂਡੈਂਟ 19th ਦਸੰਬਰ ਜਾਂ ਫਰਦਰ ਐਗਜ਼ਾਮ ਦੇ ਰਹੇ ਆ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪ੍ਰੈਡਿਕਸ਼ਨ ਵੀਡੀਓ ਜ਼ਰੂਰ ਦੇਖੋ। टास्क 2 ਦੀ ਗੱਲ ਕਰੀਏ ਤੇ ਥੋੜਾ ਜਿਹਾ ਟਿਪੀਕਲ ਜਿਹਾ ਟੌਪਿਕ ਸਟੂਡੈਂਟਸ ਨੂੰ ਦੇਖਣ ਨੂੰ ਮਿਲਿਆ, ਸਟੂਡੈਂਟ ਨੂੰ ਕਨਫਿਊਜ਼ਨ ਹੋ ਗਈ ਹੈ। नो डाउट टॉपिक सीगा एडवांटेज आउटवे द डिसएडवांटेज, लेकिन स्टेटमेंट थोड़ी जी कन्फ्यूजन क्रिएट कर दी स्टूडेंट्स ने। ध्यान नाल इस वीडियो नू देखियो विद सैंपल आंसर। ड्यू टू इंक्रीजिंग वर्ल्ड डिमांड ऑफ ऑयल एंड गैस एनर्जी, people need to look for new sources of energy in remote and untouched natural places. Do advantages of locating these sources outweigh disadvantages damaging such places? ਸਟੂਡੈਂਟ ਇਹਦੇ 'ਚ ਕਿਹਾ ਗਿਆ ਹੈ ਕਿ ਅੱਜ ਕੱਲ੍ਹ ਜਿਹੜੀ ਆਇਲ ਅਤੇ ਗੈਸ ਦੀ ਜਿਹੜੀ ਡਿਮਾਂਡ ਹੈ ਉਹ ਬਹੁਤ ਵੱਧ ਗਈ ਹੈ। ਇਸ ਕਰਕੇ ਲੋਕਾਂ ਨੂੰ ਜ਼ਰੂਰਤ ਹੈ, ਗਵਰਨਮੈਂਟ ਨੂੰ ਜ਼ਰੂਰਤ ਹੈ ਕਿ ਇਹੋ ਜਿਹੇ ਸੋਰਸਿਸ ਨੂੰ ਫਾਈਂਡ ਆਊਟ ਕਰਨ ਜਿਹੜੇ ਰਿਮੋਟ ਏਰੀਆਸ ਹੈ ਜਿੱਥੇ ਹਜੇ ਤੱਕ ਗਵਰਨਮੈਂਟ ਜਾਂ ਹਜੇ ਤੱਕ ਉਸ ਏਰੀਆਸ 'ਚ ਐਨਰਜੀ ਦੇ ਸੋਰਸਿਸ ਨੂੰ ਐਕਸਪਲੋਰ ਨਹੀਂ ਕੀਤਾ ਗਿਆ, ਯੂਟੀਲਾਈਜ਼ ਨਹੀਂ ਕੀਤਾ ਗਿਆ। ਅਨਟੱਚਡ ਨੈਚੁਰਲ ਪਲੇਸਿਸ ਉਹ ਨੇ। ਅਤੇ ਅਗਰ ਆਪਾਂ ਇਸ ਤਰ੍ਹਾਂ ਦੀ ਨੈਚੁਰਲ ਰਿਸੋਰਸਿਸ ਨੂੰ ਐਕਸਪਲੋਰ ਕਰਾਂਗੇ ਅਤੇ ਉਹਨੂੰ ਯੂਟੀਲਾਈਜ਼ ਕਰਾਂਗੇ, ਉਹਦੀਆਂ ਐਡਵਾਂਟੇਜਿਸ ਜ਼ਿਆਦਾ ਹੋਣਗੀਆਂ ਡਿਸਐਡਵਾਂਟੇਜਿਸ ਤੋਂ, ਕਿਉਂਕਿ ਇਹਦੇ ਨਾਲ ਇੱਕ ਆ ਵੀ ਖਤਰਾ ਹੈ ਕਿ ਉਹ ਜਿਹੜੀਆਂ ਨੈਚੁਰਲ ਪਲੇਸਿਸ ਨੇ, ਨੈਚੁਰਲ ਰਿਸੋਰਸਿਸ ਹੈ, ਉਹਨੂੰ ਇੱਕ ਤਰ੍ਹਾਂ ਨਾਲ ਖਤਰਾ ਹੈ। ਹਜੇ ਤੱਕ ਤਾਂ ਉਹ ਸਿਕਿਓਰ ਹੈ, ਹਾਲੇ ਤੱਕ ਤਾਂ ਉਹ ਪ੍ਰੀਜ਼ਰਵ ਹੈ, ਲੇਕਿਨ ਅਗਰ ਆਪਾਂ ਉਹਨੂੰ ਯੂਟੀਲਾਈਜ਼ ਕਰਾਂਗੇ, ਅਗਰ ਜ਼ਿਆਦਾ ਉੱਥੇ ਡਿਵੈਲਪਮੈਂਟ ਹੋਏਗੀ ਤਾਂ ਨੈਚੁਰਲ ਰਿਸੋਰਸਿਸ ਜਿਹੜੀ ਹੈ ਉਸ ਨੂੰ ਖਤਰਾ ਹੈ। ਬਿਕਾਜ਼ ਜ਼ਿਆਦਾ ਯੂਟੀਲਾਈਜੇਸ਼ਨ ਨਾਲ, ਜ਼ਿਆਦਾ ਡਿਵੈਲਪਮੈਂਟ ਨਾਲ ਨੈਚੁਰਲ ਪਲੇਸਿਸ ਜਿਹੜੀਆਂ ਹੈ ਉਹ ਡੈਟੋਰੇਟਡ ਹੋ ਜਾਂਦੀਆਂ ਨੇ, ਖਰਾਬ ਹੋ ਜਾਂਦੀਆਂ ਨੇ। ਇਸ ਕਰਕੇ ਸਟੂਡੈਂਟ ਇਹਦਾ ਸੈਂਪਲ ਆਨਸਰ ਤੁਸੀਂ ਜ਼ਰੂਰ ਦੇਖੋ। ਨਾਲ ਹੀ ਹੁਣ ਮੈਂ ਸੈਂਪਲ ਆਨਸਰ ਤੁਹਾਡੇ ਲਈ ਪ੍ਰੈਜ਼ੈਂਟ ਕਰਨ ਜਾ ਰਹੀ ਹਾਂ। ਸਟੂਡੈਂਟ ਇੱਕ ਸੈਂਪਲ ਆਨਸਰ ਤੁਹਾਡੇ ਲਈ ਮੈਂ ਪ੍ਰੈਜ਼ੈਂਟ ਕਰਨ ਜਾ ਰਹੀ ਹਾਂ ਕਿਉਂਕਿ ਟੌਪਿਕ ਟਿਪੀਕਲ ਜਿਹਾ ਆਇਆ। ਕਾਫੀ ਸਟੂਡੈਂਟ ਇਹਦੇ ਇਸ ਟੌਪਿਕ ਨਾਲ ਕਨਫਿਊਜ਼ ਹੋ ਗਏ ਹੈ। ਤੁਸੀਂ ਇੱਕ ਸੈਂਪਲ ਆਨਸਰ ਨੂੰ ਦੇਖੋ। ਫਿਊਚਰ 'ਚ ਕਾਫੀ ਵਾਰ ਇਸ ਤਰ੍ਹਾਂ ਦੇ ਟੌਪਿਕ ਰਿਪੀਟ ਹੋ ਜਾਂਦੇ ਨੇ। ਚਲੋ ਸਟਾਰਟ ਕਰਦੇ ਹਾਂ ਸੈਂਪਲ ਆਨਸਰ। ਇੰਟਰੋਡਕਸ਼ਨ ਕੁਛ ਆਪਾਂ ਇਸ ਤਰ੍ਹਾਂ ਨਾਲ ਲਿਖ ਸਕਦੇ ਹਾਂ। We have witnessed the increasing use of energy sources as result of rapid advancement of society. It is argued that humans should look for more sources in remote areas and untouched places. In my perspective, I think this statement has both negative and positives. ਮੀਨਸ ਅਗਰ ਆਪਾਂ ਇਸ ਤਰ੍ਹਾਂ ਦੀ ਪਲੇਸਿਸ 'ਚ ਜਾਵਾਂਗੇ ਜਿਹੜੀਆਂ ਅਨਟੱਚਡ ਹੈ, ਦੂਰ ਹੈ, ਹਾਲੇ ਜ਼ਿਆਦਾ ਐਕਸਪਲੋਰ ਨਹੀਂ ਕੀਤਾ, ਹਜੇ ਜ਼ਿਆਦਾ ਉਹਨੂੰ ਜਿਹੜੇ ਉਹਦੇ ਨੈਚੁਰਲ ਰਿਸੋਰਸਿਸ ਨੂੰ ਯੂਟੀਲਾਈਜ਼ ਨਹੀਂ ਕੀਤਾ, ਅਤੇ ਇੱਕ ਤਾਂ ਇਹਦੀਆਂ ਫਾਇਦੇ ਵੀ ਹੈ ਅਤੇ ਨੁਕਸਾਨ ਵੀ ਹੈ। ਫਸਟ ਬੋਡੀ ਪੈਰਾਗ੍ਰਾਫ 'ਚ ਇਹਦੇ ਪੋਜ਼ੀਟਿਵ ਡਿਸਕਸ ਕਰਾਂਗੇ ਅਤੇ ਸੈਕਿੰਡ 'ਚ ਨੈਗੇਟਿਵਸ। ਦ ਬੈਨੀਫਿਟ ਆਫ ਲੁਕਿੰਗ ਫੋਰ sources of oil and gas in remote and untouched places are relatively obvious. One of the merit is that this boosts the development of economy. By exploiting the sources and material in Australia, the government can significantly improve the GDP and create more job opportunity in local people. ਐਗਜ਼ਾਮਪਲ ਦਿੱਤਾ ਹੋਇਆ ਹੈ ਆਸਟ੍ਰੇਲੀਆ ਦਾ। ਉੱਥੇ ਦੀ ਗਵਰਨਮੈਂਟ ਨੇ ਜਿਹੜੀ ਰਿਮੋਟ ਏਰੀਆ 'ਚ ਰਿਸੋਰਸਿਸ ਨੂੰ ਫਾਈਂਡ ਆਊਟ ਕੀਤਾ ਹੈ ਅਤੇ ਉਹਨੂੰ ਯੂਟੀਲਾਈਜ਼ ਕੀਤਾ ਹੈ। ਇਹਦੇ ਨਾਲ ਇਕੋਨਮੀ ਡਿਵੈਲਪ ਹੋਈ ਹੈ ਅਤੇ ਜੋਬ ਓਪਰਚੁਨਿਟੀ ਇਨਕਰੀਜ਼ ਹੋਈ ਹੈ। ਐਜ਼ ਏ ਰਿਜ਼ਲਟ exporting these sources to other country will increase the financial of the country and reduce the unemployment rate. Another benefit is that the demand of citizen can be satisfied.
as more and more people live in metropolises and uses of gas and oil are definitely higher than ever. By simply providing energy sources of oil and gas, it generally meets the need of local resident. ਹੁਣ ਆਪਾਂ ਗੱਲ ਕਰਾਂਗੇ ਇਹਦੇ ਨੈਗੇਟਿਵ ਇਫੈਕਟ ਦੀ। ਅਗਰ ਆਪਾਂ ਨੈਚੁਰਲ ਪਲੇਸਿਸ ਨੂੰ ਜਿਹੜੀਆਂ ਕਿ ਹਾਲੇ ਜ਼ਿਆਦਾ ਡਿਵੈਲਪ ਨਹੀਂ ਹੋਈਆਂ, ਰਿਮੋਟ ਏਰੀਆਜ਼ ਜਾਂ ਅਨਟਚਡ ਹੈ, ਉਹਨੂੰ ਅਗਰ ਜ਼ਿਆਦਾ ਐਕਸਪਲੋਰ ਕਰਾਂਗੇ ਤਾਂ ਉਹਦੇ ਫਾਇਦੇ ਨੁਕਸਾਨ ਕੀ ਹੈ। However, there are pitfalls as well. To start with, natural resources are limited. Natural resources है ओके limited होंदे हैं. If petroleum is depleted, for example, people will need to spend long years to find other alternative sources to replace this. This also could cause the development of car manufacturing hinder in the future. Consequently, these issue would affect future development of country. Apart from this, the deterioration of environment, natural balance जेड़ा है खराब हो जाएगा. Exploiting resources usually need a lot of machines to dig and cut the trees. Therefore, it will create a lot of smoke when workers are operating machines. This also damage the ecosystem and force the wild animal to forest, which in turn increase the risk of extinction. मतलब ख़त्म हो जाती हैं काफ़ी species wild animal दियाँ. In conclusion, there are both merits and drawbacks. However, I still think the advantage outweigh the disadvantage because development of economy is first priority. Means no doubt ਇਹਦੇ ਨੁਕਸਾਨ ਵੀ ਹੈਗੇ ਹੈ, ਲੇਕਿਨ ਜਿਹੜੀਆਂ ਇਹਦੀ ਐਡਵਾਂਟੇजेस ਹੈ ਉਹ ਜ਼ਿਆਦਾ ਹੈ ਕਿਉਂਕਿ ਕੰਟਰੀਜ਼ ਦੀ ਡਿਵੈਲਪਮੈਂਟ ਜ਼ਿਆਦਾ ਜ਼ਰੂਰੀ ਆ। ਸਟੂਡੈਂਟ ਇਹ ਸੀ ਕੁਝ ਆਈਡੀਆ, ਤੁਸੀਂ ਆਪਣੇ ਵੱਲੋਂ ਵੀ ਕੁਝ ਆਈਡੀਆ ਐਡ ਕਰ ਸਕਦੇ ਹੋ।